ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਆਖਦੇ ਹਾਂ ਸੋ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਈ ਦੀ 6 ਤਰੀਕ ਆ, ਦਿਨ ਬੁੱਧਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਕਾਟਲਾ ਯੂਨੀਵਰਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਸ਼ਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੋਗਤ ਸਿੰਘ ਪਵਾਰ ਔਰੰਜਵੇਲ, ਸਰਬਜੀਤ ਸਿੰਘ ਧੂਤ ਯੂਨੀਵਰਸਿਟੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698। ਨਿਊਯਾਰਕ ਟਾਈਮਜ਼ ਰਿਪੋਰਟ ਕਰ ਰਹੀ ਆ ਵੀ ਜਿਹੜਾ ਜੈਫਰੀ ਐਪਸਟੀਨ ਆ, ਉਹਦਾ ਜਿਹੜਾ ਸੁਸਾਈਡ ਨੋਟ ਆ, ਉਹ ਇੱਕ ਫੈਡਰਲ ਜੱਜ ਨੇ ਰਿਲੀਜ਼ ਕਰ ਦਿੱਤਾ ਹੈਗਾ ਆ। ਅੱਜ ਨਿਊਯਾਰਕ ਟਾਈਮ ਦੇ ਉੱਤੇ ਉਹਦੀ ਜਿਹੜੀ ਕਾਪੀ ਆ ਉਹ ਵੀ ਛਾਪੀ ਆ, ਹਾਲਾਂਕਿ ਉਹ ਕਹਿ ਰਹੇ ਆ ਵੀ ਅਸੀਂ ਇਸ ਨੂੰ ਜਿਹੜਾ ਅਥੈਂਟੀਕੇਟ ਨਹੀਂ ਕਰਦੇ ਹੈਗੇ। ਫੈਡਰਲ ਜੱਜ ਨੇ ਕਿਹਾ ਵੀ ਜਿਹੜਾ ਸੁਸਾਈਡ ਨੋਟ ਸੀ, ਮੋਸਟ ਪ੍ਰੋਬਬਲੀ ਜੈਫਰੀ ਐਪਸਟਾਈਨ ਨੇ ਇਹ ਖੁਦ ਲਿਖਿਆ ਸੀ, ਜਿਹੜਾ ਕਾਫੀ ਜਿਹਦੇ ਤੇ ਕ੍ਰਿਮੀਨਲ ਕੇਸ ਚੱਲਦੇ ਸੀ। ਉਹਦੇ 'ਚ ਇਹ ਲਿਖਿਆ ਵੀ ਮੈਨੂੰ ਬਹੁਤ ਮਹੀਨੇ ਇਨਵੈਸਟੀਗੇਟ ਕੀਤਾ, ਕੁਛ ਵੀ ਉਹਨਾਂ ਨੂੰ ਲੱਭਿਆ ਨਹੀਂ, ਤੇ ਉਹਦੇ ਵਿੱਚ ਉਹਨੇ ਕਿਹਾ ਵੀ ਇਟ ਇਜ਼ ਏ ਟ੍ਰੀਟ ਟੂ ਬੀ ਏਬਲ ਟੂ ਚੂਜ਼ ਵਨਸ ਟਾਈਮ ਟੂ ਸੇ ਗੁੱਡ ਬਾਏ। ਦ ਨੋਟ ਕੰਟੀਨਿਊਜ਼, ਵਾਟ ਆਈ ਵਾਂਟ ਮੀ ਟੂ ਡੂ ਬੈਸਟ ਵਸਟ ਆਊਟ ਕ੍ਰਾਈਂਗ, ਸੋ no fun, it concludes with those words underlined, not worth it. ਸੋ ਐਪਸਟੀਨ ਦੇ ਸੈਲਮੇਟ ਨਿਕੋਲਸ ਟਾਟਾ ਜਿਲਿਓਨੇ, ਉਹਨਾਂ ਨੇ ਇਹ ਨੋਟ ਜੁਲਾਈ 2019 ਦੇ ਵਿੱਚ ਜਿਹੜਾ ਲੱਭਿਆ ਸੀ, ਜਿਹੜਾ ਜਦੋਂ ਐਪਸਟੀਨ ਅਨਰਿਸਪੌਂਸਿਵ ਸੀਗਾ, ਤੇ ਕੁਛ ਜਿਹੜੇ ਕੱਪੜੇ ਆ ਉਹਦੇ ਨੈਕ ਦੇ ਦੁਆਲੇ ਬੰਨੇ ਹੋਏ ਸੀਗੇ। ਐਪਸਟੀਨ ਉਹਦੇ ਵਿੱਚ ਤਾਂ ਸਰਵਾਈਵ ਹੋ ਗਿਆ, ਪਰ ਬਾਅਦ ਦੇ ਵਿੱਚ ਕੁਛ ਹਫ਼ਤਿਆਂ ਬਾਅਦ ਉਹਦੀ ਜਿਹੜੀ ਆ ਬੋਡੀ ਫਿਰ ਜਿਹੜਾ ਉਹ ਮਰਿਆ ਪਾਇਆ ਗਿਆ ਸੀਗਾ। 66 ਸਾਲਾਂ ਦਾ ਸੀ, ਤੇ ਉਹ ਮੈਟਰੋਪੋਲੀਟਨ ਕਰੈਕਸ਼ਨਲ ਸੈਂਟਰ ਜੋ ਲੋਅਰ ਮੈਨਹਟਨ ਦੇ ਵਿੱਚ ਆ, ਉੱਥੇ ਜਿਹੜਾ ਉਹਦੀ ਬੋਡੀ ਜਿਹੜੀ ਦੇਖੀ ਗਈ ਸੀ ਜਦੋਂ ਉਸਨੇ ਆਪਣੇ ਆਪ ਨੂੰ ਸੁਸਾਈਡ ਕਰ ਲਿਆ। ਸੋ ਇਹ ਜੱਜ ਨੇ ਉਸ ਟਾਈਮ ਦੇ ਉੱਤੇ ਜਵਾਬ ਦਿੱਤਾ ਜਦੋਂ ਨਿਊਯਾਰਕ ਟਾਈਮ ਨੇ ਪਟੀਸ਼ਨ ਪਾਈ ਸੀ ਕੋਰਟ ਦੇ ਵਿੱਚ ਤੇ ਉਹ ਜਿਹੜੇ ਡਾਕੂਮੈਂਟ ਆ ਉਹਨਾਂ ਨੂੰ ਅਨਸੀਲ ਕੀਤੇ ਜਾਣ, ਤੇ ਤਾਂ ਕਰਕੇ ਜਿਹੜਾ ਹੁਣ ਨਿਊਯਾਰਕ ਟਾਈਮ ਨੇ ਉਹ ਆਰਟੀਕਲ ਆ ਛਾਪਿਆ ਹੈ। ਜੀ ਬਿਲਕੁਲ। ਸੋ ਹਰਜੋਤ ਸਿੰਘ ਜੀ, ਜੇ ਇਹਦਾ ਮੂਲ ਭਾਵ ਦੱਸਣਾ ਹੋਵੇ ਜਿਹੜਾ ਉਹਨੇ ਲਿਖਿਆ ਆ, ਵੀ ਕਹਿੰਦੇ ਵੀ ਕਈ ਮਹੀਨੇ ਮੇਰੀ ਉਹਨਾਂ ਨੇ ਜਾਂਚ ਕੀਤੀ, ਕੁਛ ਵੀ ਉਹਨਾਂ ਨੂੰ ਲੱਭਾ ਨਹੀਂ, ਤੇ ਕਹਿੰਦਾ ਵੀ ਇਹ ਬੜੀ ਚੰਗੀ ਗੱਲ ਆ ਵੀ ਮੈਂ ਆਪਣੀ ਮਰਜ਼ੀ ਦੇ ਨਾਲ ਗੁੱਡ ਬਾਏ ਜਿਹੜਾ ਉਹ ਕਹਿ ਸਕਾਂ। ਕਹਿੰਦਾ ਵੀ ਤੁਸੀਂ ਕੀ ਸੋਚਦੇ ਸੀ ਵੀ ਮੈਂ ਰੋਣ ਡੈ ਪਊਂਗਾ? ਕਹਿੰਦਾ ਵੀ ਕੋਈ ਫਨ ਵਾਲੀ ਗੱਲ ਨਹੀਂ, ਕੋਈ ਮਜ਼ੇ ਵਾਲੀ ਗੱਲ ਨਹੀਂ, ਨਾਟ ਵਰਥ ਇਟ। ਇਹ ਜਿਹੜਾ ਸੁਸਾਈਡ ਨੋਟ ਆ ਜਿਹੜਾ ਹਰਜੋਤ ਸਿੰਘ ਜੀ, ਇਹਦਾ ਅਨਸਕਸੈਸਫੁਲ ਅਟੈਂਪਟਡ ਸੁਸਾਈਡ ਸੀ ਜਿਹੜਾ ਪਹਿਲਾ। ਕੁਛ ਹਫ਼ਤਿਆਂ ਬਾਅਦ ਹੀ ਜਿੱਦਾਂ ਤੁਸੀਂ ਦੱਸਿਆ ਵੀ ਉਹ ਇਸ ਤੋਂ ਬਾਅਦ 'ਚ ਮ੍ਰਿਤ ਪਾਇਆ ਗਿਆ ਸੀਗਾ। ਸੋ ਇਹ ਸੁਸਾਈਡ ਦੇ ਨਾਲ ਸੰਬੰਧਿਤ ਗੱਲਬਾਤ ਆ। ਕਈ ਜਾਣਿਆਂ ਨੂੰ ਇਹ ਗੱਲ ਸੁਣ ਕੇ ਥੋੜ੍ਹਾ ਅਜੀਬ ਲੱਗਦਾ ਹੁੰਦਾ ਆ, ਸੋ ਸੈਂਸਿਟਿਵ ਹੁੰਦਾ, ਪਰ ਕੋਈ ਵੀ ਇਸ ਤਰੀਕੇ ਦੀ ਭਾਵਨਾ ਤੋਂ ਪੀੜਤ ਆ ਜਾਂ ਉਸ ਦੇ ਥਰੂ ਗੁਜ਼ਰ ਰਿਹਾ ਹੈ ਤਾਂ ਤੁਸੀਂ ਜਿਹੜੀ ਨੈਸ਼ਨਲ ਸੁਸਾਈਡ ਪ੍ਰੀਵੈਂਸ਼ਨ ਲਾਈਫਲਾਈਨ 1-800-273-8255 800-273-8255 ਦੇ ਉੱਤੇ ਤੁਸੀਂ ਕਾਲ ਕਰਕੇ ਜਿਹੜੀ ਉਹਨਾਂ ਦੇ ਨਾਲ ਗੱਲ ਕਰ ਸਕਦੇ ਹੈਗੇ ਆ। ਸੋ ਇਹ ਕੁਝ ਦਿਨ ਪਹਿਲਾਂ ਜਿਹੜਾ ਹਰਜੋਤ ਸਿੰਘ ਜੀ, ਜਿੱਦਾਂ ਤੁਸੀਂ ਦੱਸਿਆ ਵੀ ਨਿਊਯਾਰਕ ਟਾਈਮਜ਼ ਨੇ ਇੱਕ ਸਟੋਰੀ ਪਬਲਿਸ਼ ਕੀਤੀ ਸੀਗੀ, ਜਿਹਦੇ ਵਿੱਚ ਇਸ ਨੋਟ ਦੇ ਬਾਰੇ ਪਤਾ ਲੱਗਾ ਸੀਗਾ, ਤੇ ਫਿਰ ਪਟੀਸ਼ਨ ਪਾਈ ਗਈ ਸੀ ਵਾਈਟ ਪਲੇਨਸ ਦੇ ਵਿੱਚ ਅਦਾਲਤ 'ਚ ਨਿਊਯਾਰਕ ਵੀ ਇਸ ਨੂੰ ਰਿਲੀਜ਼ ਕਰ ਦਿੱਤਾ ਜਾਵੇ। ਤਾਂ ਅੱਜ ਇਵੈਂਚੁਅਲੀ ਇਹ ਜਿਹੜਾ ਨੋਟ ਆ ਉਸ ਦੇ ਬਾਰੇ ਉਸ ਨੂੰ ਜਿਹੜਾ ਅੱਜ ਪਬਲਿਸ਼ ਆ ਉਹ ਕਰ ਦਿੱਤਾ ਗਿਆ, ਜਨਤਕ ਕਰ ਦਿੱਤਾ ਗਿਆ ਆ। ਸੋ ਬਹੁਤ ਸਾਰੀਆਂ ਜਿਹੜੀਆਂ ਅਖਬਾਰਾਂ ਆ ਉਹਨਾਂ ਨੇ ਪੋਸਟ ਤਾਂ ਇਸ ਨੂੰ ਕੀਤਾ ਹੈਗਾ ਆ, ਪਰ ਕੋਈ ਇਹ ਨਹੀਂ ਕਹਿ ਰਿਹਾ ਵੀ ਆਪਾਂ ਵੈਰੀਫਾਈ ਨਹੀਂ ਕਰ ਸਕਦੇ ਵੀ ਵਾਕਿਆ ਹੀ ਉਸ ਦੇ ਦੁਆਰਾ
ਲਿਖਿਆ ਗਿਆ ਹੈਗਾ ਆ ਜਾਂ ਨਹੀਂ। ਸੋ ਹਰਜੋਤ ਸਿੰਘ ਜੀ, ਕੱਲਾ ਇਸ ਦੇ ਉੱਤੇ ਕੇਸ ਨਹੀਂ ਸੀਗਾ, ਇਹ ਚਾਰਜ ਸੀਗਾ ਤੇ ਚਾਰਜ ਤੋਂ ਬਾਅਦ 'ਚ ਇਸ ਨੂੰ ਸਜ਼ਾ ਯਾਫਤਾ ਸੀਗਾ। ਇਸ ਦੇ ਉੱਤੇ ਜਿਹੜੇ ਸੈਕਸ਼ੂਅਲ ਜਿਹੜੇ ਕ੍ਰਾਈਮਸ ਆ, ਨਾਬਾਲਗਾਂ ਦੇ ਨਾਲ ਉਹਨਾਂ ਨੂੰ ਅੱਗੇ ਸੈਕਸ ਟ੍ਰੈਫਿਕਿੰਗ ਦੇ ਵਿੱਚ ਪਾਉਣਾ ਤੇ ਹੋਰ ਕਈ ਤਰੀਕੇ ਦੇ ਜਿਹੜੇ ਇਸ ਦੇ ਉੱਤੇ ਕ੍ਰਾਈਮ ਆ, ਉਹਨਾਂ ਵਿੱਚ ਇਹ ਦੋਸ਼ੀ ਕਰਾਰ ਦਿੱਤਾ ਜਾ ਚੁੱਕਾ ਸੀਗਾ। ਮੈਟਰੋਪੋਲੀਟਨ ਕਰੈਕਸ਼ਨਲ ਸੈਂਟਰ ਸੀਗਾ ਨਿਊਯਾਰਕ ਸਿਟੀ ਦੇ ਵਿੱਚ, ਉੱਥੇ ਜਿਹੜਾ ਇਸ ਦਾ ਸੈਲਮੇਟ ਨਿਕੋਲਸ ਟਾਰਟਾਗਲਿਓਨੀ, ਜਿੱਦਾਂ ਤੁਸੀਂ ਨਾਂ ਦੱਸਿਆ ਆ, ਉਸ ਨੂੰ ਕਹਿੰਦਾ ਵੀ ਮੈਂ ਇੱਕ ਕਿਤਾਬ ਖੋਲ੍ਹੀ ਤਾਂ ਉਹਦੇ ਵਿੱਚ ਇਹ ਪਿਆ ਸੀਗਾ। ਮਾਮਲਾ ਹੁਣ 2019 ਦਾ ਆ, ਹੁਣ 2026 ਆ ਗਿਆ ਹੈ ਹਰਜੋਤ ਸਿੰਘ ਜੀ। ਸੋ ਕੀ ਹੈਗਾ, ਕਿਵੇਂ ਹੈਗਾ, ਇਹ ਅਸਲੀ ਆ ਨਕਲੀ ਆ, ਇਸ ਦੇ ਉੱਤੇ ਹੁਣ ਆਉਂਦੇ ਦਿਨਾਂ 'ਚ ਵੀ ਕਈ ਤਰੀਕੇ ਦੀਆਂ ਜਿਹੜੀਆਂ ਕਿਆਸ ਰਹੀਆਂ ਆ ਉਹ ਚੱਲਦੀਆਂ ਰਹਿਣਗੀਆਂ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕਹਿੰਦੇ ਵੀ ਈਰਾਨ ਵਾਲੇ ਅੱਜ ਕੱਲ੍ਹ ਦੇ ਵਿੱਚ ਜਿਹੜਾ ਰਿਸਪੌਂਡ ਕਰ ਸਕਦੇ ਆ, ਜਵਾਬ ਦੇ ਸਕਦੇ ਆ, ਜਿਹੜਾ ਯੂਐਸ ਨੇ 14 ਨੁਕਾਤੀ ਜਿਹੜੀ ਜੰਗ ਆ ਖਤਮ ਕਰਨ ਵਾਲੇ ਪ੍ਰਪੋਜ਼ਲ ਉਹਨਾਂ ਨੂੰ ਘੱਲਿਆ ਹੈਗਾ। ਸੋ ਇੱਕ ਪੇਜ ਦਾ ਜਿਹੜਾ ਮੈਮੋਰੈਂਡਮ ਆ, ਉਸ ਦੇ ਉੱਤੇ ਲੈ ਕੇ ਜਿਹੜੀ ਸਹਿਮਤੀ ਬਣਨ ਵੱਲ ਨੂੰ ਜਿਹੜੀ ਕਹਿੰਦੇ ਵੀ ਗੱਲ ਵੱਧਦੀ ਨਜ਼ਰ ਆ ਰਹੀ ਆ। ਟਰੰਪ ਹੁਣਾਂ ਨੇ ਅੱਜ ਜਿਹੜਾ ਇਹ ਕਿਹਾ ਸੀਗਾ ਵੀ ਯੂਐਸ ਦੇ ਈਰਾਨ ਦੇ ਨਾਲ ਬੜੀਆਂ ਵਧੀਆ ਗੱਲਬਾਤ ਹੋਈ ਹੈ, ਵੈਰੀ ਗੁੱਡ ਟਾਕਸ ਵਿਦ ਈਰਾਨ ਓਵਰ ਦਾ ਲਾਸਟ 24 ਆਵਰਸ, ਇਹ ਜਿਹੜਾ ਆਖਿਆ ਗਿਆ ਆ। ਸੋ ਨੈਗੋਸੀਏਸ਼ਨਸ ਦਾ ਕੀ ਸਟੇਟਸ ਹੈਗਾ ਆ, ਉਸ ਬਾਰੇ ਕਹਿੰਦੇ ਵੀ ਹੁਣ ਆਉਂਦੇ ਸਮੇਂ ਦੇ ਵਿੱਚ ਪਤਾ ਲੱਗੂਗਾ। ਸਵੇਰੇ ਜਿੱਦਾਂ ਆਪਾਂ ਦੱਸ ਰਹੇ ਸੀ, ਟਰੰਪ ਹੋਣਾ ਨੇ ਜਿਹੜਾ ਇਹ ਇੱਕ ਪੇਜ ਦਾ ਮੈਮੋ 14 ਪੁਆਇੰਟਸ ਜਿਹੜੇ ਇਸ ਦੇ ਵਿੱਚ ਰੱਖੇ ਗਏ ਆ, ਉਸ ਦੇ ਤਹਿਤ ਉਹਨਾਂ ਨੇ ਚੇਤਾਵਨੀ ਤੇ ਧਮਕੀ ਵੀ ਜਿਹੜੀ ਹੈ ਈਰਾਨ ਨੂੰ ਦੇ ਦਿੱਤੀ ਸੀਗੀ ਵੀ ਭਾਈ ਜੇ ਤੁਸੀਂ ਇਹ ਪ੍ਰਪੋਜ਼ਲ ਜਾਂ ਡੀਲ ਜਿਹੜੀ ਉਹ ਨਹੀਂ ਮੰਨਦੇ ਤਾਂ ਤੁਹਾਡੇ ਉੱਤੇ ਹੋਰ ਵੀ ਜ਼ਿਆਦਾ ਸਖਤੀ ਦੇ ਨਾਲ ਤੇ ਹੋਰ ਮਜ਼ਬੂਤੀ ਦੇ ਨਾਲ ਜਿਹੜਾ ਉਹ ਜ਼ਿਆਦਾ ਹਮਲਾ ਤੇਜ਼ ਕਰਕੇ ਕੀਤਾ ਜਿਹੜਾ ਉਹ ਜਾਵੇਗਾ। ਸੋ ਇਹ ਚੀਜ਼ ਦੇਖਣ ਨੂੰ ਮਿਲੀ ਆ। ਉਧਰ ਲੈਬਨਾਨ ਦੇ ਵਿੱਚ ਨੇਤਨਯਾਹੂ ਨੇ ਜਿਹੜਾ ਉਹ ਦੱਸਿਆ ਵੀ ਇਜ਼ਰਾਈਲ ਦੇ ਦੁਆਰਾ ਹਜ਼ਬੁੱਲਾ ਦਾ ਇੱਕ ਟੌਪ ਦਾ ਕਮਾਂਡਰ ਆ ਬੇਰੂਟ ਦੇ ਵਿੱਚ ਜਿੱਥੇ ਉਹ ਰਹਿ ਰਿਹਾ ਸੀਗਾ, ਇਹਨਾਂ ਦੇ ਮੁਤਾਬਕ ਸੀਜ਼ ਫਾਇਰ ਦੇ ਦੌਰਾਨ ਉਸ ਦੇ ਉੱਤੇ ਹਮਲਾ ਜਿਹੜਾ ਉਹ ਕੀਤਾ ਗਿਆ ਹੈਗਾ। ਸੋ ਇਹ ਜਿਹੜੀ ਸਥਿਤੀ ਇਸ ਟਾਈਮ ਉਧਰੋਂ ਪਤਾ ਲੱਗ ਰਹੀ ਹੈ। ਅਗਲੀ ਖਬਰ ਵੱਲ ਚਲੀਏ। ਕਹਿੰਦੇ ਕੈਲੀਫੋਰਨੀਆ ਦੇ ਵਿੱਚ ਗੈਸ ਦੀ ਜਿਹੜੀ ਸ਼ਾਰਟੇਜ ਦਾ ਕਾਫੀ ਖਤਰਾ ਹੈਗਾ ਕਿ ਇਹ ਸੱਚਮੁੱਚ ਹੀ ਈਰਾਨ ਦੀ ਲੜਾਈ ਕਰਕੇ ਹੈਗਾ। ਕੈਲੀਫੋਰਨੀਆ ਦੇ ਵਿੱਚ ਗੈਸ ਦੀਆਂ ਪ੍ਰਾਈਸਸ 36% ਹਾਇਰ ਆ ਨੈਸ਼ਨਲ ਐਵਰੇਜ ਨਾਲੋਂ। ਸੋ ਬਾਕੀ ਦੀ ਅਮਰੀਕਾ ਨਾਲੋਂ 36% ਗੈਸ ਦੀਆਂ ਪ੍ਰਾਈਸਸ ਹਾਇਰ ਹੈਗੀਆਂ। ਐਵਰੇਜ ਪ੍ਰਾਈਸ ਗੈਸ ਦੀ ਕੈਲੀਫੋਰਨੀਆ ਦੇ ਵਿੱਚ $6.13 ਆ, ਜਿਹੜੀ ਕਿ 36% ਹਾਇਰ ਆ। ਸੀਵਾ ਗੁੰਡਾ ਕਰਕੇ ਵਾਈਸ ਪ੍ਰੈਜ਼ੀਡੈਂਟ ਆ ਕੈਲੀਫੋਰਨੀਆ એનર્ਜੀ ਕਮਿਸ਼ਨ ਦੇ, ਉਹਨਾਂ ਨੇ ਇੱਕ ਹੀਅਰਿੰਗ ਦੇ ਉੱਤੇ ਦੱਸਿਆ ਵੀ ਕੈਲੀਫੋਰਨੀਆ ਦੇ ਕੋਲ ਬਹੁਤ ਗੈਸ ਹੈਗੀ ਆ, ਪਰ ਇਹ ਪਤਾ ਨਹੀਂ ਕਿਉਂ ਜਿਹੜਾ ਆ ਗੈਸ ਦੀਆਂ ਪ੍ਰਾਈਸਸ ਇੰਨੀਆਂ ਜ਼ਿਆਦਾ ਹੋਈਆਂ। ਹਾਲਾਂਕਿ ਕਈ ਜਿਹੜੀਆਂ ਰਿਫਾਈਨਰੀਜ਼ ਆ ਉਹ ਸ਼ਟ ਡਾਊਨ ਵੀ ਕੈਲੀਫੋਰਨੀਆ ਦੇ ਵਿੱਚ ਕਰ ਦਿੱਤੀਆਂ ਗਈਆਂ ਹੈਗੀਆਂ। ਬੇ ਏਰੀਏ ਦੇ ਵਿੱਚ ਕਈ ਜਗ੍ਹਾ ਦੇ ਉੱਤੇ $8 ਤੱਕ ਵੀ ਜਿਹੜੀ ਗੈਸ ਦੀ ਕੀਮਤ ਆ ਉਹ ਦੇਖੀ ਗਈ ਹੈਗੀ ਆ। ਸਾਊਥ ਸੈਨ ਫਰਾਂਸਿਸਕੋ ਦੇ ਵਿੱਚ ਇੱਕ ਸ਼ੈਲ ਦੇ ਗੈਸ ਸਟੇਸ਼ਨ ਤੇ $7.99 ਨੂੰ ਅੱਜ ਜਿਹੜੀ ਗੈਸ ਸੀਗੀ। ਇੱਥੋਂ ਤੁਸੀਂ ਅੰਦਾਜ਼ਾ ਲਾ ਲਓ। ਕਹਿੰਦੇ ਗੈਸ ਦੀਆਂ ਕੀਮਤਾਂ ਅਮਰੀਕਾ ਦੇ ਵਿੱਚ ਰੈਕਰਡ ਲੈਵਲ ਦੇ ਉੱਤੇ ਜਾ ਰਹੀਆਂ ਆ ਗਲੋਬਲ એનર્ਜੀ ਕ੍ਰਾਈਸਿਸ ਨੂੰ ਲੈ ਕੇ, ਖਾਸ ਕਰਕੇ ਜਿਹੜੀ ਈਰਾਨ ਦੀ ਜੰਗ ਆ। ਪਰ ਸਾਊਥ ਸੈਨ ਫਰਾਂਸਿਸਕੋ ਦੇ ਵਿੱਚ $7.99 ਨੂੰ ਜਿਹੜੀ ਗੈਸ ਆ ਉਹਦੀ ਐਡਰੈਸ ਵੀ ਵੈਸੇ ਦੱਸ ਦਿੱਤਾ 248 ਸਾਊਥ ਏਅਰਪੋਰਟ ਬੁਲੇਵਰਡ ਦੇ ਉੱਤੇ ਜਿਹੜੀ ਦੇਖੀ ਗਈ ਆ। ਐਵਰੇਜ ਜਿੱਦਾਂ $6.16 ਇਹ ਆਪਾਂ ਦੇਖ ਹੀ ਸਕਦੇ ਹੈਗੇ ਆ। ਸੋ ਕਾਫੀ ਸਿਚੁਏਸ਼ਨ ਜਿਹੜੀ ਗੈਸ ਨੂੰ ਲੈ ਕੇ ਬੈਡ ਆ ਤੇ ਲੋਕ ਕਾਫੀ ਔਖੇ ਆ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਅੱਜ LA ਦੇ ਮੇਅਰ ਦੀ ਜਿਹੜੀ ਡਿਬੇਟ ਆ ਉਹ ਹੋਣੀ ਹੈਗੀ ਆ, ਜਿਸ ਦੇ ਵਿੱਚ ਜਿਹੜੇ 2-3 ਜਾਣੇ ਆ ਉਹ ਰਨ ਜਿਹੜੇ ਕਰ ਰਹੇ ਆ ਉਹ ਚੈਲੰਜਰਸ ਹੋਣਗੇ। ਕੈਰਨ ਬਾਸ ਜੋ ਮੌਜੂਦਾ ਸਿਟੀ ਦੀ LA ਦੀ ਮੇਅਰ ਆ, ਉਹ ਰੀ-ਇਲੈਕਸ਼ਨ ਦੇ ਲਈ ਰਨ ਕਰ ਰਹੀ ਆ। ਉਸ ਨੂੰ ਚੈਲੰਜ ਕਰਨ ਦੇ ਲਈ LA ਦੀ ਡਿਸਟ੍ਰਿਕਟ 4 ਦੀ ਕੌਂਸਲ ਮੈਂਬਰ ਨਿਤਿਆ ਰਮਨ ਤੇ ਇੱਕ ਸਪੈਂਸਰ ਪ੍ਰੈਟ, ਉਹ ਉਸ ਨੂੰ ਚੈਲੰਜ ਕਰ ਰਹੇ ਹੈਗੇ ਆ। ਪ੍ਰੈਟ ਕਹਿੰਦੇ ਵੀ ਟੀਵੀ ਰਿਐਲਿਟੀ ਸ਼ੋਅ ਦੇ ਵਿੱਚ ਆਇਆ ਸੀ, ਦ ਗਾਏ ਹੂ ਲਵ ਟੂ ਹੇਟ ਕਨਫੈਸ਼ਨਸ ਫਰੋਮ ਏ ਰਿਐਲਿਟੀ ਟੀਵੀ ਵਿਲਨ, ਇੱਦਾਂ ਦੀ ਜਿਹੜੀ ਉਸਨੇ ਇੱਕ ਕਿਤਾਬ ਲਿਖੀ ਸੀ। ਅਨਕੈਂਪਮੈਂਟਸ ਜਿਹੜੇ ਕਿ ਹੋਮਲੈਸਨੈਸ ਦੀ ਬਹੁਤ ਮੰਦੀ ਸਥਿਤੀ ਆ LA ਦੇ ਇਲਾਕੇ ਦੇ ਵਿੱਚ, ਉਹਨੂੰ ਲੈ ਕੇ ਜਿਹੜੇ ਕੈਂਡੀਡੇਟ ਆ ਉਸ ਦੇ ਵਿੱਚ ਕਹਿੰਦੇ ਵੀ ਕਾਫੀ ਜ਼ਿਆਦਾ ਨੋਕ ਝੋਕ ਹੋਣ ਦੀ ਸੰਭਾਵਨਾ
ਜਿਹੜੀ ਬਣੀ ਪਈ ਆ। ਇੱਕ LA ਦੇ ਵਿੱਚ ਫ੍ਰੀ ਨੀਡਲ ਐਕਸਚੇਂਜ ਪ੍ਰੋਗਰਾਮ ਵੀ ਜਿਹੜਾ ਉਹ ਚੱਲਦਾ ਆ। ਉਹਨੂੰ ਲੈ ਕੇ ਵੀ ਜਿਹੜੇ ਸਵਾਲ ਜਿਹੜੇ ਕਹਿੰਦੇ ਵੀ ਹੋਣਗੇ ਵੀ ਕੀ ਇਸ ਨੂੰ ਬੰਦ ਕਰ ਦਿੱਤਾ ਜਾਊਗਾ ਜਾਂ ਨਹੀਂ। ਸੋ 1.5 ਲੱਖ ਕਹਿੰਦੇ ਵੀ ਸਿਰਿੰਜਾਂ ਸ਼ਹਿਰ ਵਾਲਿਆਂ ਨੇ ਆਪ ਜਿਹੜੀਆਂ ਦਿੱਤੀਆਂ ਨਸ਼ੇੜੀਆਂ ਨੂੰ, ਕਹਿੰਦੇ ਵੀ ਉਹਨਾਂ ਦਾ ਇਹ ਮਕਸਦ ਸੀਗਾ, ਜਿਹੜੇ ਸਿਟੀ ਵਾਲੇ ਕਹਿੰਦੇ ਆ ਵੀ HIV ਏਡਜ਼ ਜਿਹੜੀ ਉਹ ਨਾ ਫੈਲਣ ਤੇ ਬਲੱਡ ਬੋਰਨ ਡਿਜ਼ੀਜ਼ਜ਼ ਜਿਹੜੀਆਂ ਉਹ ਹੋਰ ਅੱਗੇ ਤੋਂ ਅੱਗੇ ਨਾ ਫੈਲਣ। ਉਧਰ ਕਿਉਂਕਿ ਪਿਛਲੇ ਸਾਲ ਹੀ ਪੈਰੀਸੇਡ ਫਾਇਰ ਜਿਹੜੀ ਹੋਈ ਆ, ਉਹਦੇ ਰਿਸਪੌਂਸ ਨੂੰ ਕਹਿੰਦੇ ਵੀ ਇਸ ਟਾਈਮ ਸੈਂਟਰ ਸਟੇਜ ਜਿਹੜਾ ਡਿਬੇਟ ਦੇ ਵਿੱਚ ਮਿਲਿਆ ਹੈਗਾ ਆ। ਜਿਹੜੀ ਕੌਂਸਲ ਮੈਂਬਰ ਨਿਤਿਆ ਰਮਨ ਆ, ਉਹਨੇ ਕਿਹਾ ਵੀ ਉਹਦੇ ਡਿਸਟ੍ਰਿਕਟ ਦੇ ਵਿੱਚ ਅਸੀਂ 54% ਜਿਹੜੇ ਟੈਂਟ ਤੇ ਇਨਕੈਂਪਮੈਂਟਸ ਆ ਉਹ ਘਟਾ ਦਿੱਤੀਆਂ ਆ ਪਿਛਲੇ 3 ਸਾਲਾਂ ਦੇ ਵਿੱਚ। ਕਹਿੰਦੀ ਵੀ ਮੈਂ ਬਹੁਤ ਪ੍ਰਾਊਡ ਆ ਤੇ ਕਹਿੰਦੇ ਵੀ ਇਹਦੇ ਨਾਲ ਹੀ ਜਿਹੜੀ ਰੀਅਲ ਪਬਲਿਕ ਸੇਫਟੀ ਆ ਉਹ ਸਾਹਮਣੇ ਜਿਹੜੀ ਉਹ ਆਊਗੀ। ਜਿਹੜੀ ਕੈਰਨ ਬਾਸ ਆ, ਉਹ ਕਹਿ ਰਹੀ ਆ ਵੀ ਅਸੀਂ ਹੋਮਲੈਸਨੈਸ ਦੇ ਉੱਤੇ ਪ੍ਰੋਗਰੈਸ ਕਰ ਰਹੇ ਆ, ਹੌਲੀ-ਹੌਲੀ ਅੱਗੇ ਜਿਹੜਾ ਉਹ ਵੱਧ ਰਹੇ ਆ। ਉਸਨੇ ਕਿਹਾ ਵੀ ਹੁਣ ਤੱਕ ਅਸੀਂ 17.5% ਹੋਮਲੈਸਨੈਸ LA ਦੇ ਵਿੱਚ ਘਟਾਈ ਹੈਗੀ ਆ ਪਿਛਲੇ 2 ਸਾਲਾਂ ਦੇ ਵਿੱਚ, ਨੈਸ਼ਨਲ ਟ੍ਰੈਂਡ ਦੇ ਨਾਲੋਂ ਜ਼ਿਆਦਾ ਆ। ਤੇ ਕਹਿੰਦੀ ਵੀ ਦੂਜੀ ਟਰਮ ਦੇ ਵਿੱਚ ਅਸੀਂ ਇਸ ਨੂੰ ਹੋਰ ਵੀ ਜ਼ਿਆਦਾ ਘਟਾਵਾਂਗੇ। ਸੋ LA ਕਿਉਂਕਿ ਇੱਕ ਬਹੁਤ ਅਹਿਮ ਸ਼ਹਿਰ ਆ ਅਮਰੀਕਾ ਦਾ, ਕੱਲਾ ਕੈਲੀਫੋਰਨੀਆ ਦਾ ਹੀ ਨਹੀਂ। ਸੋ ਇੱਥੋਂ ਦੇ ਮੇਅਰ ਕੀ ਕਰਦੇ ਨੇ, ਕਿਵੇਂ ਹੁੰਦਾ ਆ, ਉਹ ਬਹੁਤ ਕੁਛ ਮੈਟਰ ਜਿਹੜਾ ਉਹ ਕਰਦਾ ਆ। ਓਲੰਪਿਕ ਗੇਮਸ ਵੀ ਇੱਥੇ ਆਉਣੀਆਂ ਆ ਇਸ ਸਾਲ। ਜਿਹੜਾ ਹਰਜੋਤ ਸਿੰਘ ਜੀ, ਆਪਾਂ ਨੂੰ ਪਤਾ ਵੀ FIFA ਦੇ ਵਰਲਡ ਕੱਪ ਦੇ ਮੈਚ ਵੀ ਜਿਹੜੇ ਉਹ ਖੇਡੇ ਜਾਣੇ ਆ। ਸੋ ਇਹ ਸਾਰੀਆਂ ਚੀਜ਼ਾਂ ਬੜੀਆਂ ਅਹਿਮ ਰਹਿਣਗੀਆਂ। LA ਸੈਂਟਰ ਸਟੇਜ ਦੇ ਵਿੱਚ ਸੀਗਾ ਜਦੋਂ ਇਮੀਗ੍ਰੇਸ਼ਨ ਕ੍ਰੈਕਡਾਊਨ ਜਿਹੜਾ ਚੱਲ ਰਿਹਾ ਸੀਗਾ, ਤੇ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀ ਬਿਗ ਮਨੀ ਆ, ਉਹ ਕਹਿੰਦੇ ਵੀ LA ਇਲੈਕਸ਼ਨਸ ਦੇ ਵਿੱਚ ਪੋਰ ਹੁੰਦੀ ਆ। ਚਾਹੇ ਉਹ ਯੂਨੀਅਨਸ ਹੋਣ, ਚਾਹੇ ਬਿਜ਼ਨੈਸਿਸ ਹੋਣ, ਹਾਲੀਵੁੱਡ ਵੀ ਇਸੇ ਦੇ ਵਿੱਚ ਹੀ ਜਿਹੜਾ ਹੋਊਗਾ। ਜਿਹੜਾ ਸਪੈਂਸਰ ਪ੍ਰੈਟ ਆ, ਉਸ ਦੇ ਪਹਿਲਾ ਡਿਬੇਟ ਅਪੀਅਰੈਂਸ ਜਿਹੜਾ ਉਹ ਦੇਖਣ ਨੂੰ ਮਿਲੂਗਾ। ਉੱਦਾਂ ਸੋਸ਼ਲ ਮੀਡੀਆ ਦੇ ਉੱਤੇ ਕਹਿੰਦੇ ਵੀ ਉਹ ਕਾਫੀ ਜ਼ਿਆਦਾ ਐਕਟਿਵ ਜਿਹੜਾ ਉਹ ਨਜ਼ਰ ਆ ਰਿਹਾ ਸੀਗਾ। ਹੈਡ ਟੂ ਹੈਡ ਟਸਲ ਦੇ ਵਿੱਚ ਜਿਹੜੀ ਮੇਅਰ ਕੈਰਨ ਬਾਸ ਤੇ ਜਿਹੜੀ ਕੌਂਸਲ ਮੈਂਬਰ ਨਿਤਿਆ ਰਮਨ ਆ, ਉਹ ਕਾਫੀ ਜਿਹੜੇ ਆ ਕਹਿ ਲਓ ਵੀ ਸਿੰਘ ਇਹਨਾਂ ਦੇ ਕਈ ਮਾਮਲਿਆਂ ਦੇ ਉੱਤੇ ਫਸਦੇ ਜਿਹੜੇ ਉਹ ਰਹੇ ਆ। ਸੋ ਲੈਟਸ ਸੀ ਕੀ ਬਣਦਾ ਹੈ ਕੱਲ। ਉੱਦਾਂ ਜਿਹੜਾ ਹਰਜੋਤ ਸਿੰਘ ਜੀ ਗਵਰਨਟੋਰੀਅਲ ਡਿਬੇਟ ਵੀ ਜਿਹੜਾ ਉਹ ਦੇਖਿਆ ਗਿਆ ਸੀਗਾ, ਜਿਸ ਦੇ ਵਿੱਚ ਜਿਹੜੇ ਚੈਡ ਬਿਆਂਕੋ, ਸਟੀਵ ਹਿਲਟਨ ਦੇ ਨਾਲ ਬਸੇਰਾ, ਟੌਮ ਸਟਾਇਰ, ਜਿਹੜੀਆਂ ਕੈਰਨ ਉੱਥੇ ਵੀ ਇੱਕ ਹੈਗੇ ਆ, ਉਹਨਾਂ ਦੇ ਦੁਆਰਾ ਕੇਟੀ ਪੋਰਟਰ ਜਿਹੜੇ ਆ ਉਹਨਾਂ ਦੀ ਗੱਲਬਾਤ ਜਿਹੜੀ ਉਹ ਸੁਣਨ ਨੂੰ ਲੋਕਾਂ ਨੂੰ ਮਿਲੀ ਸੀਗੀ। ਸੋ ਆਪਸ ਦੇ ਵਿੱਚ ਜਿਹੜੇ ਰਿਪਬਲਿਕਨਸ ਆ ਉਹਨਾਂ ਨੂੰ ਵੀ ਜਿਹੜੇ ਸਵਾਲ ਜਵਾਬ ਆ ਉਹ ਹੋਏ ਹੈਗੇ ਆ। ਸਟੀਵ ਹਿਲਟਨ UK ਦੀ ਉਹਦੀ ਅਪਬ੍ਰਿੰਗਿੰਗ ਆ, ਉਹਦੇ ਸਵਾਲ ਉੱਠੇ। ਚੈਡ ਬਿਆਂਕੋ ਨੇ ਉਹਦੇ ਬਾਰੇ ਕਿਹਾ ਸੀਗਾ ਵੀ ਇਹ ਤਾਂ ਬਾਹਰੋਂ ਆ ਕੇ GOP ਦੇ ਉੱਤੇ ਕਬਜ਼ਾ ਜਿਹੜਾ ਉਹ ਕਰਨ ਦੀ ਕੋਸ਼ਿਸ਼ ਕਰ ਰਿਹਾ ਆ। ਉਹਨਾਂ ਸਵਾਲਾਂ ਦਾ ਵੀ, ਜਿਹੜਾ ਤਿੱਖੇ ਸਵਾਲਾਂ ਦਾ, ਬਿਆਂਕੋ ਨੂੰ ਵੀ ਸਾਹਮਣਾ ਜਿਹੜਾ ਉਹ ਕਰਨਾ ਪਿਆ ਆ। ਤੇ ਦੂਜੇ ਪਾਸੇ ਜਿਹੜੇ ਡੈਮੋਕ੍ਰੇਟਸ ਆ, ਜਿਹੜੇ ਟੌਮ ਸਟਾਇਰ ਆ, ਉਹਨਾਂ ਨੂੰ ਇਹ ਚੀਜ਼ਾਂ ਪੁੱਛੀਆਂ ਗਈਆਂ ਵੀ ਭਾਈ ਤੁਹਾਡਾ ਅਚਾਨਕ ਹੁਣ ਦਿਲ ਕਿੱਦਾਂ ਜਿਹੜਾ ਬਦਲ ਗਿਆ। ਪਹਿਲਾਂ ਤੁਸੀਂ ਕਹਿੰਦੇ ਸੀਗੇ ਵੀ ਸਿੰਗਲ ਪੇਅਰ ਹੋਣੀ ਨਹੀਂ ਚਾਹੀਦੀ, ਮੈਡੀਕੇਅਰ ਫਾਰ ਆਲ, ਹੁਣ ਸਿੰਗਲ ਪੇਅਰ ਸਿਸਟਮ ਵੱਲ ਨੂੰ ਤੁਹਾਡਾ ਰੁਖ ਜਿਹੜਾ ਉਹ ਕਿੱਦਾਂ ਬਦਲ ਗਿਆ। ਸੋ ਅਹਿਮ ਡਿਬੇਟਸ ਜਿਹੜੀਆਂ ਇਸ ਟਾਈਮ ਇਹਨਾਂ ਕੈਂਡੀਡੇਟਸ ਦੀਆਂ ਜਿਹੜੀਆਂ ਉਹ ਸੁਣਨ ਨੂੰ ਮਿਲ ਰਹੀਆਂ ਨੇ। ਇੰਟਰਨੈਟ ਦੇ ਉੱਤੇ ਕਾਫੀ ਜਿਹੜੀ ਚੀਜ਼ ਉਹ ਫੈਲ ਰਹੀ ਹੈ, ਜਿਹਦੇ ਵਿੱਚ ਕੈਟੀ ਪੋਰਟਰ ਨੇ ਐਡਮਿਟ ਕੀਤਾ ਵੀ ਜਿਹੜੇ ਕੈਲੀਫੋਰਨੀਆ ਦੇ ਵਿੱਚੋਂ ਕਈ ਲੋਕ ਹੋਰ ਸਟੇਟਾਂ ਨੂੰ ਮੂਵ ਕਰ ਰਹੇ ਆ, ਤੇ ਕੈਲੀਫੋਰਨੀਆ ਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਇਲੀਗਲ ਇਮੀਗ੍ਰੈਂਟਸ ਆ ਉਹ ਆਏ ਆ। ਸੋ ਉਹਦੇ ਕਰਕੇ ਜਿਹੜੀ ਪੋਪੂਲੇਸ਼ਨ ਗਰੋਥ ਸਟੇਟ ਦੇ ਵਿੱਚ ਹੋ ਰਹੀ ਹੈਗੀ ਆ। ਕੈਲੀਫੋਰਨੀਆ ਦੇ ਗਵਰਨਰ ਦੀ ਜੌਬ ਜਿਹੜੀ ਆ ਹਰ ਇੱਕ ਕੈਲੀਫੋਰਨੀਆ ਨੂੰ ਪ੍ਰੋਟੈਕਟ ਕਰਨ ਦੀ ਆ, ਪੋਰਟਰ ਨੇ ਇਹ ਕਿਹਾ। ਤੇ ਉਹਨਾਂ ਨੇ ਕਿਹਾ ਵੀ ਉਹ ਫੈਡਰਲ ਅਥਾਰਟੀਜ਼ ਦੇ ਨਾਲ ਰਲ ਕੇ ਕੰਮ ਕਰਨਗੇ ਜੇ ਇਲੀਗਲ ਇਮੀਗ੍ਰੈਂਟਸ ਨੂੰ ਡਿਪੋਰਟ ਕੀਤਾ ਜਾਂਦਾ ਹੈ ਕਿ ਨਹੀਂ। ਸੈਂਕਚੁਰੀ ਸਟੇਟ ਪਾਲਿਸੀ ਜਿਹੜੀ ਆ ਇਹਦੇ ਵਿੱਚ ਜਿਹੜੇ ਟੈਕਸ ਡਾਲਰਸ ਆ, ਪਬਲਿਕ ਸਰਵੈਂਟਸ ਜੋ ਹੈਗੇ ਆ, ਤੇ ਉਹ ਆਪਣੀਆਂ ਜੌਬਸ ਦੇ ਉੱਤੇ ਹੀ ਫੋਕਸ ਕਰ ਰਹੇ ਆ, ਜਦ ਕਿ ਫੈਡਰਲ ਅਥਾਰਟੀ ਦੇ ਨਾਲ ਕੋਆਪਰੇਟ ਨਹੀਂ ਕਰ ਰਹੇ ਹੈਗੇ। ਸੋ ਇਹ ਕਾਫੀ ਜਿਹੜਾ ਇੱਕ ਆਨਸਰ ਉਹਦਾ ਸੀਗਾ ਵੀ ਇਲੀਗਲ ਲੋਕਾਂ ਦੇ ਨਾਲ ਜਿਹੜੀ ਕੈਲੀਫੋਰਨੀਆ ਦੀ ਪੋਪੂਲੇਸ਼ਨ ਵੱਧ ਰਹੀ ਆ। 4 ਲੱਖ ਦੇ ਕਰੀਬ ਇਲੀਗਲ ਇਮੀਗ੍ਰੈਂਟ ਕਹਿੰਦੇ 2021 ਤੋਂ ਲੈ ਕੇ 2023 ਤੱਕ ਪਬਲਿਕ ਪਾਲਿਸੀ ਇੰਸਟੀਚਿਊਟ ਆਫ ਕੈਲੀਫੋਰਨੀਆ ਦੇ ਮੁਤਾਬਕ ਕੈਲੀਫੋਰਨੀਆ 'ਚ ਐਂਟਰ ਹੋਏ ਆ। ਜੁਲਾਈ 21 ਤੋਂ ਲੈ ਕੇ ਜੁਲਾਈ 23 ਤਾਈਂ ਕੈਲੀਫੋਰਨੀਆ ਦੀ ਜਿਹੜੀ ਪੋਪੂਲੇਸ਼ਨ ਆ ਉਹ ਸਿਰਫ 20,000 ਵਧੀ ਆ। ਸੋ ਇੱਥੋਂ ਇਹ ਲੱਗਦਾ ਵੀ ਕੈਲੀਫੋਰਨੀਆ 'ਚ ਲੋਕ ਮੂਵ ਆਊਟ ਵੀ ਬਹੁਤ ਜ਼ਿਆਦਾ ਹੋਏ ਹੈਗੇ ਆ, ਕਿਉਂਕਿ ਕਹਿੰਦੇ ਬਿਲੀਨੀਅਰਸ, ਮਿਲੀਨੀਅਰਸ, ਬਿਗ ਬਿਜ਼ਨੈਸਸ ਉਹ ਵੀ ਇੱਥੋਂ ਕਾਫੀ ਮੂਵ ਹੋਏ ਹੈਗੇ ਆ।
ਜੀ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਉਸ ਉੱਤੇ ਜੇ ਆਪਾਂ ਨਜ਼ਰ ਮਾਰਦੇ ਜਾਈਏ ਤਾਂ ਇਸ ਟਾਈਮ ਜਿੱਦਾਂ ਤੁਸੀਂ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਜਿਹੜੀ ਉਹ ਸ਼ੁਰੂਆਤ ਕੀਤੀ ਸੀ ਵੀ ਕਿਸ ਤਰੀਕੇ ਦੇ ਨਾਲ ਕੰਮ ਵਧਿਆ ਪਿਆ ਆ। ਕਹਿੰਦੇ ਵੀ ਕੈਲੀਫੋਰਨੀਆ ਦੇ ਵਿੱਚ ਕੱਚੇ ਤੇਲ ਦੀ ਜਿਹੜੀ ਸਪਲਾਈ ਆ ਉਹ ਸਟੱਡੀ ਹੈਗੀ ਆ ਬਟ ਸਟੈਡੀ ਆ ਮਤਲਬ ਵੀ ਲਗਾਤਾਰ ਜਿਹੜਾ ਉਹ ਪਹੁੰਚਦਾ ਰਿਹਾ ਆ। ਪਰ ਫਿਰ ਵੀ ਉਸ ਦੇ ਬਾਵਜੂਦ ਕੈਲੀਫੋਰਨੀਆ ਦੀ ਐਵਰੇਜ ਗੈਸ ਪ੍ਰਾਈਸ $6.16 ਗੈਲਨ ਨੂੰ ਪਹੁੰਚ ਚੁੱਕੀ ਆ। ਪਿਛਲੇ ਹਫ਼ਤੇ ਦੇ ਮੁਕਾਬਲੇ 18 ਸੈਂਟ ਹੋਰ ਮਹਿੰਗੀ ਤੇਲ ਜਿਹੜਾ ਉਹ ਹੋ ਚੁੱਕਾ ਆ। ਇਰਾਨ ਵਾਰ ਤੋਂ ਲੈ ਕੇ ਹੁਣ ਤੱਕ ਇਹ ਡਾਲਰ ਤੋਂ ਵੱਧ ਇਸ ਦੇ ਵਿੱਚ ਕੀਮਤ 'ਚ ਵਾਧਾ ਜਿਹੜਾ ਉਹ ਹੋਇਆ ਹੈਗਾ ਆ। ਸੋ ਉੱਦਾਂ ਕੈਲੀਫੋਰਨੀਆ ਦੇ ਵਿੱਚ ਕੀ ਵਾਕਿਆ ਗੈਸੋਲੀਨ ਦੀ ਸ਼ਾਰਟੇਜ ਦਾ ਰਿਸਕ ਆ ਇਰਾਨ ਵਾਰ ਦੇ ਜਿਹੜਾ ਉਹ ਚੱਲਦੇ ਆ, ਇਹ ਦੇਖਣ ਵਾਲੀ ਗੱਲ ਆ। ਕੈਲੀਫੋਰਨੀਆ ਦੀ ਜਿਹੜੀ ਐਵਰੇਜ ਪ੍ਰਾਈਸ ਆ ਨੈਸ਼ਨਲ ਐਵਰੇਜ ਦੇ ਨਾਲੋਂ 36% ਵੱਧ ਹੈਗੀ ਆ। ਸੋ ਸਕਾਈ ਹਾਈ ਗੈਸੋਲੀਨ ਪ੍ਰਾਈਸਿਸ ਉਹਨਾਂ ਨੇ ਲੋਕਾਂ ਦਾ ਧੂੰਆਂ ਕੱਢਿਆ ਪਿਆ ਹੈ। ਮੈਨੂੰ ਲੱਗਦਾ ਗੈਸ ਗੱਡੀ ਦੇ ਨਾਲੋਂ ਲੋਕਾਂ ਦਾ ਧੂੰਆਂ ਅੱਜ ਕੱਲ੍ਹ ਜ਼ਿਆਦਾ ਇਸ ਮੌਕੇ ਜਿਹੜਾ ਉਹ ਨਿਕਲ ਰਿਹਾ ਹੈਗਾ। ਕੈਲੀਫੋਰਨੀਆ ਐਨਰਜੀ ਕਮਿਸ਼ਨ ਦੇ ਜਿਹੜੇ ਵਾਈਸ ਚੇਅਰਮੈਨ ਆ ਉਹਨਾਂ ਨੇ ਜਿਹੜਾ ਕਿਹਾ ਵੀ ਇੱਕ ਹੀਅਰਿੰਗ ਜਿਹੜੀ ਹੋਈ ਸਟੇਟ ਅਸੈਂਬਲੀ 'ਚ ਕੈਲੀਫੋਰਨੀਆ ਦੇ ਵਿੱਚ, ਉਹਨਾਂ ਨੇ ਕਿਹਾ ਵੀ ਸਾਡੇ ਕੋਲ ਗੈਸੋਲੀਨ ਇਨਫ ਹੈਗੀ ਆ ਆਉਣ ਵਾਲੇ ਕਈ ਹਫ਼ਤਿਆਂ ਦੇ ਲਈ। ਕਹਿੰਦੇ ਵੀ ਆਉਂਦੇ 6 ਹਫ਼ਤਿਆਂ ਦੇ ਵਿੱਚ ਸਾਨੂੰ ਨਹੀਂ ਕੁਛ ਲੱਗ ਰਿਹਾ ਵੀ ਕੋਈ ਸਪਲਾਈ ਦੀ ਘਾਟ ਜਿਹੜੀ ਆ ਉਹ ਸਾਨੂੰ ਮਹਿਸੂਸ ਹੋਊਗੀ। ਉਸ ਤੋਂ ਪਾਰ ਕੀ ਹੋ ਸਕਦਾ ਆ ਇਹਦੇ ਬਾਰੇ ਜਿਹੜਾ ਆ ਉਹ ਕਹਿੰਦੇ ਵੀ ਅਸੀਂ ਨਹੀਂ ਦੱਸ ਸਕਦੇ ਹੈਗੇ। ਡੇਵਿਡ ਐਲਵਰਜ਼ ਇੱਕ ਕੈਲੀਫੋਰਨੀਆ ਦੇ ਸਟੇਟ ਅਸੈਂਬਲੀ ਮੈਂਬਰ ਆ ਜੋ ਸੈਨ ਡਿਏਗੋ ਦੇ ਇਲਾਕੇ ਨੂੰ ਰਿਪਰੈਜ਼ੈਂਟ ਕਰਦੇ ਆ। ਉਹਨਾਂ ਨੇ ਕਿਹਾ ਵੀ 6 ਹਫ਼ਤੇ ਦੀ ਸਰਟਨਟੀ ਹੈਗੀ ਆ ਤੇ ਕਹਿੰਦੇ ਵੀ ਮੈਨੂੰ ਲੱਗਦਾ ਵੀ ਕਹਿੰਦੇ ਵੀ ਇਹ ਸਰਟਨ ਆ ਵੀ ਆਉਂਦੀ ਜਿਹੜੀ ਸਿਚੁਏਸ਼ਨ 6 ਹਫ਼ਤਿਆਂ ਬਾਅਦ ਮਾੜੀ ਹੋਊਗੀ ਤੇ ਕੀਮਤਾਂ ਹੋਰ ਜ਼ਿਆਦਾ ਜਿਹੜੀਆਂ ਉਹ ਵੱਧ ਸਕਦੀਆਂ ਹੈਗੀਆਂ ਆ। ਸੋ ਬਾਕੀ ਸੂਬਿਆਂ ਦੇ ਮੁਕਾਬਲੇ ਕੈਲੀਫੋਰਨੀਆ 'ਚ ਪਹਿਲਾਂ ਹੀ ਤੇਲ ਮਹਿੰਗਾ ਹੁੰਦਾ ਆ ਤੇ ਜਿਹੜੇ ਰੈਗੂਲੇਟਰਸ ਆ ਤੇ ਜਿਹੜੇ ਟੈਕਸਿਸ ਆ ਉਹ ਜ਼ਿਆਦਾ ਇੰਪੋਜ਼ ਕੀਤੇ ਗਏ ਹੈਗੇ ਆ ਗੋਲਡਨ ਸਟੇਟ ਦੇ ਵਿੱਚ। ਉਹਦੇ ਇੱਕ ਵੱਖਰੇ ਜਿਹੜੇ ਉਹ ਕਾਰਨ ਆ। ਉਧਰ ਇਰਾਨ ਵਾਰ ਦੇ ਕਰਕੇ ਜਿਹੜੀ ਕੈਲੀਫੋਰਨੀਆ ਦੀ ਡਿਪੈਂਡੈਂਸ ਆ ਫੋਰਨ ਇੰਪੋਰਟ ਦੇ ਉੱਤੇ ਉਸ ਨੂੰ ਐਕਸਪੋਜ਼ ਜਿਹੜੇ ਉਹ ਹੋਏ ਨੇ ਵੀ ਬਾਹਰਲੇ ਮੁਲਕ ਦੇ ਤੇਲ ਦੇ ਉੱਤੇ ਅਸੀਂ ਬਹੁਤ ਜ਼ਿਆਦਾ ਡਿਪੈਂਡੈਂਟ ਆ ਤੇ ਕੈਲੀਫੋਰਨੀਆ ਨੂੰ ਜਿਹੜਾ ਕੁਛ ਨਾ ਕੁਛ ਇਸ ਦੇ ਬਾਰੇ ਦੇਖਣਾ ਚਾਹੀਦਾ ਆ। ਰੀਸੈਂਟਲੀ ਆਪਾਂ ਦੇਖਿਆ ਸੀਗਾ ਇੱਕ ਜਿਹੜੀ ਗੈਸ ਲਾਈਨ ਆ ਦੁਬਾਰਾ ਚਾਲੂ ਕਰਨ ਦੀ ਹਦਾਇਤਾਂ ਫੈਡਰਲ ਲੈਵਲ ਦੇ ਉੱਤੇ ਕੀਤੀਆਂ ਗਈਆਂ ਸੀਗੀਆਂ, ਜਿਸ ਦਾ ਕਈ ਦਹਾਕੇ ਪਹਿਲਾਂ ਇੱਕ ਗੈਸ ਦੀ ਲੀਕ ਜਿਹੜੀ ਹੋਈ ਸੀ ਤੇਲ ਲੀਕ ਜਿਹੜਾ ਹੋਇਆ ਸੀਗਾ, ਆਇਲ ਸਪਿਲ ਸੀ। ਤੇ ਉਸ ਤੋਂ ਕੁਛ ਮੈਨੂੰ ਲੱਗਦਾ ਘੰਟਿਆਂ ਜਾਂ ਕੁਛ ਦਿਨਾਂ ਬਾਅਦ ਹੀ ਕੈਲੀਫੋਰਨੀਆ ਦੇ ਜਿਹੜੇ ਹੈਗੇ ਨੇ ਅਟਾਰਨੀ ਜਨਰਲ, ਉਹਨਾਂ ਨੇ ਫੈਡਰਲ ਸਰਕਾਰ ਦੇ ਉੱਤੇ ਲਾਸੂਟ ਦਰਜ ਕਰ ਦਿੱਤਾ ਸੀਗਾ ਵੀ ਇਹ ਤੇਲ ਜਿਹੜਾ ਕੱਢਣਾ ਹੈ ਜਾਂ ਉਹ ਪਾਈਪਲਾਈਨ ਸ਼ੁਰੂ ਕਰਨੀ ਆ ਉਹ ਤੁਸੀਂ ਨਾ ਕਰੋ। ਸੋ ਹੁਣ ਅਜਿਹੇ ਮਾਮਲਿਆਂ ਦੇ ਵਿੱਚ, ਅਜਿਹੀ ਸਿਚੁਏਸ਼ਨ ਦੇ ਵਿੱਚ ਕੈਲੀਫੋਰਨੀਅਨਸ ਕਿਸ ਪਾਸੇ ਵੱਲ ਨੂੰ ਜਾਣ, ਜਦ ਕਿ ਉਹ ਟੈਕਸ ਵੀ ਸਭ ਤੋਂ ਜ਼ਿਆਦਾ ਭਰ ਰਹੇ ਆ, ਰੈਗੂਲੇਸ਼ਨਸ ਦਾ ਵੀ ਸਭ ਤੋਂ ਵੱਧ ਜਿਹੜਾ ਉਹ ਸਾਹਮਣਾ ਉਹਨਾਂ ਨੂੰ ਕਰਨਾ ਜਿਹੜਾ ਉਹ ਪੈ ਰਿਹਾ। ਚਲੋ ਇਨਵਾਇਰਨਮੈਂਟ ਦਾ ਧਿਆਨ ਰੱਖਣ ਤੋਂ ਕੋਈ ਨਹੀਂ ਰੋਕਦਾ ਹੈਗਾ, ਪਰ ਸਿਚੁਏਸ਼ਨ ਮਿਲੀਅਨਸ ਆਫ ਲੋਕਾਂ ਦੀ ਵੀ ਜਿਹੜੀ ਉਹ ਨਾਲ ਦੇ ਨਾਲ ਉਹਦੇ ਬਾਰੇ ਵੀ ਵਿਚਾਰ ਕਰਨ ਦੀ ਜ਼ਰੂਰਤ ਹੈਗੀ ਆ। ਜੀ। ਅਗਲੀ ਖਬਰ ਵੱਲ ਚੱਲੀਏ। ਪਿਛਲੇ ਹਫ਼ਤਿਆਂ ਦੇ ਦੌਰਾਨ ਜਾਂ ਪਿਛਲੇ ਮਹੀਨੇ ਦੇ ਦੌਰਾਨ ਆਪਾਂ ਤੁਹਾਡੇ ਨਾਲ ਖਬਰ ਸਾਂਝੀ ਕਰਦੇ ਰਹੇ ਹਾਂ ਕਿ ਕੈਲੀਫੋਰਨੀਆ ਦਾ ਰੀਡਲੇ ਸ਼ਹਿਰ ਜਿਹੜਾ ਹੈਗਾ ਆ ਫ੍ਰਿਜ਼ਨੋ ਦੇ ਲਾਗੇ, ਉੱਥੇ ਇੱਕ ਇਲੀਗਲ ਬਾਇਓ ਲੈਬ ਜਿਹੜੀ ਆ ਉਹ ਲੱਭੀ ਗਈ ਸੀਗੀ। ਜਾਏ ਬੇ ਜ਼ੂ ਜਿਹੜਾ ਤੇ ਜਿਹਨੂੰ ਡਿਫਰੈਂਟ ਨਾਂ ਡੇਵਿਡ ਹੇਈ ਕਰਕੇ ਵੀ ਜਾਣਿਆ ਜਾਂਦਾ, ਉਹਨੂੰ 12 ਕਾਊਂਟ ਤੇ ਹੁਣ ਫੈਡਰਲ ਜਿਊਰੀ ਨੇ ਚਾਰਜ ਕੀਤਾ ਹੈਗਾ ਆ। ਇਹ ਟਰਾਇਲ ਕਾਫੀ ਹਫ਼ਤੇ ਚੱਲਿਆ ਸੈਕਰਾਮੈਂਟੋ ਦੇ ਕੋਰਟ ਰੂਮ ਦੇ ਵਿੱਚ। ਦਸੰਬਰ 2022 ਦੇ ਵਿੱਚ ਕੋਡ ਵਾਇਲੇਸ਼ਨਸ ਇਸ ਪ੍ਰਾਪਰਟੀ ਦੇ ਉੱਤੇ ਪਾਈਆਂ ਗਈਆਂ ਸੀਆਂ ਤੇ ਜਦੋਂ ਸਰਚ ਕੀਤਾ ਗਿਆ ਤੇ ਉੱਥੇ ਕਾਫੀ ਜ਼ਿਆਦਾ ਜਿਹੜੇ ਪੈਥੋਜਨਸ ਸੱਚ ਐਜ਼ HIV, ਮਲੇਰੀਆ, ਕੋਵਿਡ-19 ਹੋਰ ਇਦਾਂ ਦੇ ਜਿਹੜੇ ਬਾਇਓਲੋਜੀਕਲ ਮਟੀਰੀਅਲ ਮਿਲਿਆ ਤੇ 2023 ਚ ਕਲੋਵਿਸ 'ਚ ਇਸ ਨੂੰ ਡੇਵਿਡ ਹੇਈ ਨੂੰ ਅਰੈਸਟ ਕਰ ਲਿਆ ਸੀ। 2025 ਦੇ ਵਿੱਚ ਕੈਲੀਫੋਰਨੀਆ ਦੇ ਜਿਹੜੇ ਲਾ ਮੇਕਰਸ ਆ ਜਿਹਦੇ ਵਿੱਚ ਕਾਂਗਰਸਮੈਨ ਜਿਮ ਕੋਸਟਾ ਆ, ਡੇਵਿਡ ਬਲਡਾਹੋ ਆ, ਉਹਨਾਂ ਨੇ ਇੱਕ ਬਿੱਲ ਡਿਜ਼ਾਈਨ ਕੀਤਾ ਸੀ ਤਾਂ ਕਿ ਜਿਹੜਾ ਫੈਡਰਲ ਓਵਰਸਾਈਟ ਆਫ ਹਾਈ ਕੰਟੈਮੀਨੇਟਡ ਲੈਬਸ, ਉਸ ਤੋਂ ਬਾਅਦ ਇਸ ਨੂੰ ਅਰੈਸਟ ਕੀਤਾ ਗਿਆ ਸੀ। ਹੁਣ 12 ਜਿਹੜੇ ਕਾਊਂਟਸ ਆ ਉਹਦੇ ਉੱਤੇ ਉਸ ਨੂੰ ਚਾਰਜ ਕੀਤਾ ਗਿਆ ਹੈਗਾ। ਜੀ, ਬਿਲਕੁਲ। ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤੀ ਦੇ ਵੱਲ ਨੂੰ ਆ ਤੇ ਜਾਂਦੇ-ਜਾਂਦੇ ਜੇ ਮਾਰਕੀਟਸ ਦਾ ਹਾਲ ਦੱਸਦੇ ਜਾਈਏ, ਕਿਉਂਕਿ ਜਿਹੜੀਆਂ ਖਬਰਾਂ ਆ ਉਹ ਪੋਜ਼ੀਟਿਵ ਆਈਆਂ ਵੀ ਵਾਰ ਜਿਹੜੀ ਉਹ ਸ਼ਾਇਦ ਖਤਮ ਹੋ ਸਕਦੀ ਆ। ਇੱਕ ਵਾਰੀ ਫੇਰ ਇਸ ਦੇ ਚੱਲਦਿਆਂ ਤੇਲ ਦੀਆਂ ਕੀਮਤਾਂ ਘਟੀਆਂ ਤੇ ਜਿਹੜੇ ਸਟਾਕ ਆ ਉਹ ਉੱਤੇ ਵੱਲ ਨੂੰ ਗਏ ਹੈਗੇ ਆ।
ਅੱਜ ਡਾਓ ਜੋਨ ਦੇ ਵਿੱਚ 500 ਤੇ 15 ਪੁਆਇੰਟਾਂ ਦੇ ਇਜ਼ਾਫੇ ਤੋਂ ਬਾਅਦ 'ਚ 49,800 ਤੇ 14 ਦੇ ਉੱਤੇ ਬੰਦ ਹੋਇਆ। S&P 82 ਪੁਆਇੰਟ ਵੱਧ ਕੇ 7341, ਨੈਸਡੈਕ 394 ਪੁਆਇੰਟ ਵੱਧ ਕੇ 25,720 ਤੇ ਬੰਦ ਹੋਇਆ। ਸੋਨੇ ਦਾ ਭਾਅ 4600 ਤੇ $98 ਪ੍ਰਤੀ ਟਰੋਏ ਆਉਂਸ, ਕੱਚੇ ਤੇਲ ਦੀ ਕੀਮਤ $96 ਪ੍ਰਤੀ ਬੈਰਲ ਰਹੀ ਆ। ਇਹ ਜਿਹੜਾ US ਕਰੂਡ ਆਇਲ ਆ ਉਸ ਦੀ ਕੀਮਤ ਆ। 10 year yield 4.35%, ਕ੍ਰਿਪਟੋ ਕਰੰਸੀ 'ਚ ਬਿਟਕੋਇਨ 81,586 ਤੇ ਇਥੀਰੀਅਮ 2300 ਤੇ $56 ਦੇ ਬਰਾਬਰ ਚੱਲ ਰਿਹਾ ਹੈ। ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ $1 ਦੇ ਬਰਾਬਰ ਕੈਨੇਡਾ ਦੇ $1 ਤੇ 36 ਸੈਂਟ ਰਹੇ ਆ, ਪਾਕਿਸਤਾਨ ਦੇ $278 ਤੇ 76 ਪੈਸੇ ਤੇ ਇੰਡੀਆ ਦੇ $94 ਤੇ 55 ਪੈਸੇ। ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸੈਨਿਕ ਜਿਹੀ ਸਤਿ ਸ੍ਰੀ ਸਤਿ ਅਕਾਲ। ਸ੍ਰੀ ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।